हालेलुया हालेलुया हालेलुया। आप सब ਨੂੰ ਜੈ ਮਸੀਹ ਮਸੀਹ ਦੇ ਵਿੱਚ ਧੰਨਵਾਦ ਕਰਦੇ ਹਾਂ ਉਸ ਖੁਦਾ ਬਾਪ ਦਾ ਜਿਸ ਨੇ ਇੱਕ ਸੋਹਣਾ ਸੁੰਦਰ ਸਮੇਂ ਦਿੱਤਾ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਹਰ ਹਫ਼ਤਿਆਂ ਦੀ ਤਰ੍ਹਾਂ ਜਿਸ ਤਰ੍ਹਾਂ ਪ੍ਰਭੂ ਦੇ ਵਚਨ ਨੂੰ ਫੋਨ ਮਾਧਿਅਮ ਦੇ ਰਾਹੀਂ ਸੁਣ ਲਿਆ। ਅੱਜ ਇੱਕ ਵਾਰ ਫੇਰ ਨਵੇਂ ਹਫ਼ਤੇ ਦੇ ਵਿੱਚ ਪ੍ਰਭੂ ਨੇ ਸਾਨੂੰ ਲੈ ਕੇ ਆਂਦਾ 6ਵੇਂ ਮਹੀਨੇ ਦੇ ਵਿੱਚ ਪ੍ਰਭੂ ਨੇ 10 ਦਿਨ ਸੰਭਾਲ ਕੇ ਰੱਖਿਆ, ਗਵਾਹੀ ਨਿਗਾਹਬਾਨੀ ਕੀਤਾ। ਇੱਕ ਵਾਰ ਫੇਰ ਲਾਈਵ ਫੋਨ ਮਾਧਿਅਮ ਦੇ ਰਾਹੀਂ ਪ੍ਰਭੂ ਦੇ ਵਚਨ ਵਿੱਚੋਂ ਕੁਝ ਸਿੱਖਣ ਤੋਂ ਪ੍ਰਭੂ ਨੇ ਸਾਡੀ ਮਦਦ ਕੀਤਾ, ਗਵਾਹੀ ਕੀਤਾ। ਇਹ ਸਾਰੀਆਂ ਗੱਲਾਂ ਲਈ ਅਸੀਂ ਉਸ ਖੁਦਾ ਬਾਪ ਦਾ ਜਿਹੜਾ ਰਾਜ ਦਾ ਰਾਜਾ ਪ੍ਰਭੂ ਦਾ ਪ੍ਰਭੂ ਹੈ ਉਸ ਨੂੰ ਧੰਨਵਾਦ ਆਖਦੇ ਹਾਂ ਜਿਸ ਨੇ ਸਾਨੂੰ ਇਹ ਬੇਸ਼ੱਕ ਦਿਨ ਬੜੇ ਖਰਾਬ ਸੀ, ਹਾਲਾਤ ਬੜੇ ਕਠਿਨ ਸਨ, बहुत माड़ा समय दुनिया ते चल रहा है, पर प्रभु ने अपने लोगों को संभाल के रखा है, छड्या नहीं, त्याग्या नहीं। परमेश्वर ने अपने लोगों का इंतजाम किया है, खान का इंतजाम किया है, रहन का इंतजाम किया है, पहनने का इंतजाम किया है। वो कभी किसी को छड्डदा नहीं है। उस खुदा बाप का असीं बहुत सारा धन्नवाद करते हैं जिसने सानू एक बार अज फिर ये समझ दिता कि ਅਸੀਂ ਉਸ ਦੀ ਆਰਾਧਨਾ ਦੇ ਵਿੱਚ ਆ ਕੇ ਪ੍ਰਭੂ ਦੇ ਵਚਨਾਂ ਵਿੱਚੋਂ ਕੁਝ ਸਿੱਖ ਸਕੀਏ। ਆਈਏ ਅਸੀਂ ਇਸ ਆਰਾਧਨਾ ਨੂੰ ਸਟਾਰਟ ਕਰਨ ਤੋਂ ਪਹਿਲਾਂ ਦੁਆ ਦੀ ਹਾਲਾਤ ਵਿੱਚ ਜਾਵਾਂਗੇ। ਸਭ ਜਣ ਅੱਖਾਂ ਬੰਦ ਕਰਕੇ ਮੇਰੇ ਨਾਲ ਦੁਆ ਦੇ ਸ਼ਾਮਿਲ ਹੋਣਾ। जिंदा ते मेहरबान दिल चुंगकारी पिता परमेश्वर से आप जी धन्नवाद करते हैं प्रभु जी जो तुसीं सानू इस समय दिता कि असीं तुहाडे पाक अते पवित्र कदमां दे विच परमेश्वर जिस तरह फोन माध्यम दे थरू प्रभु जी तुहाडे लोकां दे सामने परमेश्वर इकट्ठे हो के प्रभु जी तुहाडी आराधना बंदगी दे विच आ सके। तेरे नाम दा धन्नवाद करदा कहंदा जिथे 1 2 3 मेरे नाम विच इकट्ठे होण प्रभु जी उस जगह ते मैं हाज़र हां प्रभु। इस जगह नूं परमेश्वर तुहाडी दया दे सुपुर्द करदे हां प्रभु जी। इस जगह ते आओ ते तुहाडी किरपा वाला हाथ इस कार दे उत्ते इस जगह दे उत्ते होने पाए प्रभु। तेरे नाम दा धन्नवाद करदे हां प्रभु जी। अज परमेश्वर मैं जो भी बोलना प्रभु जी तुहाडी आत्मा वालों होवे प्रभु जी। मेरे गले नूं मसा करना तेरे नाम दा धन्नवाद करदे हां। मेरे मुंह ते तुहाडा राखा बैठने पाए प्रभु तुहाडे नाम दा धन्नवाद करदे हां। जो भी बोलना परमेश्वर एक लोकां लई भलाई दा कारण बनने पाए प्रभु जी। सारा बोलण दी मैं सहायता करना परमेश्वर मेरी जुबान ते तुहाडी पवित्र आत्मा दा राखा बैठने पाए प्रभु। तेरे नाम दा धन्नवाद करदे हां प्रभु जी जो तुसीं सानू वचन दिता उस वचन दे जरिए अज बहुत सारे लोग बचाए जाण। तेरे नाम दा धन्नवाद करदे हां प्रभु जी। बकाए सारे समय तुहाडे हत्थां विच सौंप दिंदे प्रभु यीशु मसीह दे नाम च मंगदे हां आमीन आमीन। आइए असीं वचन सुन तो पहला रोज की तरह एक गीत नूं मिल के गावांगे। बाणी मेरा सच्चा सौदा मेरा बंजारा हे बाणी मेरा सच्चा सौदा मैं दामन गारा हे बाणी मेरा सच्चा सौदा जिंदगी सफल गुनाह दा
ਜ਼ਿੰਦਗੀ ਸਫਰ ਬਣਾਉਂਦਾ ਦਿਸਦਾ ਇੱਕ ਇੱਕ ਸ਼ਬਦ ਪਿਆਰਾ ਇਹ ਬਾਣੀ ਮੇਰਾ ਸੱਚਾ ਸੌਦਾ ਮੇਰਾ ਬੰਦਾਰਾ ਇਹ ਬਾਣੀ ਮੇਰਾ ਸੱਚਾ ਸੌਦਾ ਹਾਲੇਲੂਇਆ ਗੀਤ ਵਿੱਚੋਂ ਅਸੀਂ ਸੁਣਿਆ ਇਹ ਬਾਣੀ ਮੇਰਾ ਸੱਚਾ ਸੌਦਾ। ਇਹ ਬਾਣੀ ਹੀ ਸੱਚ ਹੈ ਕਿਉਂਕਿ ਇਸ ਦੇ ਵਿੱਚ ਲਿਖਿਆ ਹੈ ਸੱਚਾਈ ਨੂੰ ਜਾਣੋ ਤੇ ਸੱਚਾਈ ਤੁਹਾਨੂੰ ਕੀ ਆਜ਼ਾਦ ਕਰੇਗੀ। ਸੱਚਾਈ ਬਾਈਬਲ ਹੀ ਹੈ, ਸੱਚਾਈ ਵਚਨ ਹੀ ਹੈ। ਜੇ ਅਸੀਂ ਇਸ ਨੂੰ ਜਾਣ ਲਵਾਂਗੇ ਤਾਂ ਹੀ ਅਸੀਂ ਆਜ਼ਾਦ ਹੋਵਾਂਗੇ। ਇਸ ਲਈ ਕਹਿੰਦਾ ਇਹ ਬਾਣੀ ਮੇਰਾ ਸੱਚਾ ਸੌਦਾ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਤੋਂ ਜਿਸ ਨੇ ਸਾਨੂੰ ਸਮੇਂ ਦਿੱਤਾ ਕਿ ਉਸ ਦੇ ਪਵਿੱਤਰ ਕਦਮਾਂ ਦੇ ਵਿੱਚ ਆ ਕੇ ਉਸ ਨੂੰ ਧੰਨਵਾਦ ਦਾ ਬਲੀਦਾਨ ਚੜਾ ਸਕੀਏ। ਅਸੀਂ ਬੀਤੇ ਦਿਨਾਂ ਤੋਂ ਵਚਨ ਨੂੰ ਸਿੱਖ ਰਹੇ ਹਾਂ, ਤਿੰਨ ਗੱਲਾਂ ਦੀ ਮਹੱਤਤਾ ਬਾਰੇ। ਅੱਜ ਫਿਰ ਉਸੇ ਵਚਨ ਨੂੰ ਅੱਗੇ ਲੈ ਜਾਂਦਾ ਹੋਇਆ ਉਸ ਦਾ ਪਾਠ 9 ਦੇ ਵਿੱਚ ਪਰਮੇਸ਼ਰ ਨੇ ਸਾਨੂੰ ਦਾਖਲ ਕੀਤਾ। ਇਸ ਲਈ ਪ੍ਰਭੂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਸਾਨੂੰ ਆਪਣੀ ਆਤਮਾ ਦੇ ਸੁਪੁਰਦ ਕੀਤਾ ਤੇ ਸਾਨੂੰ ਵਚਨ ਦੇ ਵਿੱਚੋਂ ਸਿਖਾਇਆ ਤੇ ਅਸੀਂ ਉਸ ਵਚਨ ਨੂੰ ਅੱਗੇ ਲੈ ਕੇ ਚੱਲਦੇ ਜਾ ਰਹੇ ਹਾਂ ਅਤੇ ਉਸ ਵਚਨ ਦੇ ਵਿੱਚੋਂ ਲਗਾਤਾਰ ਪ੍ਰਭੂ ਜਿਸ ਤਰ੍ਹਾਂ ਗਵਾਹੀ ਕਰ ਰਿਹਾ ਅਸੀਂ ਸਿੱਖ ਰਹੇ ਹਾਂ। ਬੀਤੇ ਦਿਨਾਂ ਵਿੱਚ ਵੀ ਅਸੀਂ ਤਿੰਨ ਗੱਲਾਂ ਦੀ ਮਹੱਤਤਾ ਬਾਰੇ ਸਿੱਖ ਰਹੇ ਹਾਂ ਕਿ ਤਿੰਨ ਵਾਰ ਵਚਨ ਦੇ ਵਿੱਚ ਕੀ ਘਟਨਾਵਾਂ ਹੋਈਆਂ, ਕਿਸ ਤਰ੍ਹਾਂ ਹੋਇਆ, ਕੀ ਕੁਝ ਹੋਇਆ। ਅਸੀਂ ਅੱਜ ਇਸ ਇੱਕ ਵਾਰ ਫਿਰ ਤੋਂ ਉਸੇ ਪਾਠ 9 ਨੂੰ ਉਸੇ ਵਿਸ਼ੇ ਨੂੰ ਅੱਗੇ ਲੈ ਜਾਂਦੇ ਹੋਏ ਅਸੀਂ ਅੱਜ ਵਚਨ ਦੇ ਵਿੱਚੋਂ ਪੜਾਂਗੇ। ਅੱਜ ਅਸੀਂ ਯਿਸੂ ਮਸੀਹ ਦੀ ਕਹਾਣੀ ਬਾਰੇ ਪੜਾਂਗੇ। ਬਪਤਿਸਮਾ ਲੈਣ ਤੋਂ ਬਾਅਦ ਜਦੋਂ 40 ਦਿਨਾਂ ਦੇ ਵਰਤ ਰੱਖਣ ਲਈ ਗਿਆ, ਜਦ 40 ਦਿਨਾਂ ਲਈ ਉਜਾੜ ਦੇ ਵਿੱਚ ਜਾਂਦਾ ਹੈ ਉਸ ਜਗ੍ਹਾ ਤੇ 3 ਵਾਰ ਸ਼ੈਤਾਨ ਉਸ ਨੂੰ ਪਰਤਾਉਂਦਾ ਹੈ। 3 ਵਾਰ ਸ਼ੈਤਾਨ ਉਸ ਨਾਲ ਗੱਲਬਾਤ ਕਰਦਾ ਹੈ, ਉਸ ਨੂੰ ਪਰਤਾਉਂਦਾ ਹੈ। ਕੀ ਕੁਝ ਹੁੰਦਾ ਹੈ ਅਸੀਂ ਵਚਨ ਦੇ ਵਿੱਚੋਂ ਪੜਾਂਗੇ। ਮੱਤੀ 4 ਬਾਬ ਉਸ ਦੀ ਇੱਕ ਆਇਤ ਨੂੰ ਅਸੀਂ ਵਚਨ ਦੇ ਵਿੱਚੋਂ ਪੜਾਂਗੇ। ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਭਾਈ ਸ਼ੈਤਾਨ ਕੋਲੋਂ ਪਰਤਾਇਆ ਜਾਵੇ। ਹਾਂ, ਇਸ ਜਗ੍ਹਾ ਵਿੱਚ ਅਸੀਂ ਪੜਿਆ ਤਦ ਯਿਸੂ ਮਸੀਹ ਆਤਮਾ ਦੀ ਅਗਵਾਈ ਨਾਲ ਉਜਾੜ ਦੇ ਵਿੱਚ ਗਿਆ ਤਾਂ ਕਿ ਸ਼ੈਤਾਨ ਦੇ ਕੋਲ ਪਰਤਾਇਆ ਜਾਵੇ। ਜੇ ਅਸੀਂ ਇਸ ਨੂੰ ਹੋਰ ਡੀਪਲੀ ਪੜਨਾ ਚਾਹੁੰਦੇ ਹਾਂ ਤਾਂ ਮਰਕਸ 1 ਬਾਬ ਉਸ ਦੀ 12 ਆਇਤ ਵਿੱਚ ਸਾਫ਼-ਸਾਫ਼ ਲਿਖਿਆ ਕਿ ਆਤਮਾ ਦੀ ਅਗਵਾਈ ਦੇ ਨਾਲ ਹੀ ਯਿਸੂ ਮਸੀਹ ਉਜਾੜ ਦੇ ਵਿੱਚ ਵਰਤ ਰੱਖਣ ਨੂੰ ਗਿਆ। ਆਪਣੀ ਮਰਜ਼ੀ ਦੇ ਨਾਲ ਯਿਸੂ ਮਸੀਹ ਵਰਤ ਰੱਖਣ ਨੂੰ ਨਹੀਂ ਗਿਆ। ਉਸ ਜਗ੍ਹਾ ਤੇ ਲਿਖਿਆ ਅਸੀਂ ਪੜਾਂਗੇ ਮਰਕਸ 1 ਬਾਬ ਉਸ ਦੀ 12 ਆਇਤ ਨੂੰ। ਉਸ ਜਗ੍ਹਾ ਤੇ ਲਿਖਿਆ ਆਤਮਾ ਝੱਟ ਉਹਨੂੰ ਉਜਾੜ ਦੇ ਵਿੱਚ ਲੈ ਗਿਆ। ਪਰਮੇਸ਼ਰ ਦਾ ਆਤਮਾ ਉਸ ਨੂੰ ਉਜਾੜ ਦੇ ਵਿੱਚ ਲੈ ਗਿਆ। ਉਸ ਜਗ੍ਹਾ ਤੇ ਉਸਨੇ 40 ਦਿਨ ਤੇ 40 ਰਾਤਾਂ ਵਰਤ ਰੱਖਿਆ, ਕੁਝ ਵੀ ਖਾਧਾ ਪੀਤਾ ਨਹੀਂ। ਉਸ ਜਗ੍ਹਾ ਤੇ ਯਿਸੂ ਮਸੀਹ ਉਜਾੜ ਦੇ ਵਿੱਚ ਇਕੱਲਾ ਹੀ ਰਹਿੰਦਾ ਹੈ ਅਤੇ ਪ੍ਰਾਰਥਨਾ ਕਰਦਾ ਹੈ। ਜਦ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੋਲ ਯਿਸੂ ਮਸੀਹ ਜਰਦਨ ਦੀ ਝੀਲ ਦੇ ਵਿੱਚ ਬਪਤਿਸਮਾ ਲੈਂਦਾ ਹੈ ਤਾਂ ਇੱਕ ਕਬੂਤਰ ਦੀ ਨਾਈ ਪੁੱਤਰ ਆਤਮਾ ਉਸ ਜਗ੍ਹਾ ਤੇ ਠਹਿਰਦਾ ਹੈ ਅਤੇ ਆਖਦਾ ਹੈ ਮੈਂ ਇਸ ਤੋਂ ਪ੍ਰਸੰਨ ਹੈ, ਮੇਰਾ ਪਿਆਰਾ ਪੁੱਤਰ ਹੈ। ਜਦ ਅੱਗੇ ਅਸੀਂ ਇਸ ਨੂੰ ਮੱਤੀ 4 ਬਾਬ ਸ਼ੁਰੂ ਤੋਂ ਪੜ੍ਹਦੇ ਹਾਂ ਉਸ ਵਿੱਚ ਲਿਖਿਆ ਯਿਸੂ ਆਤਮਾ ਦੀ ਅਗਵਾਈ ਦੇ ਨਾਲ ਉਜਾੜ ਦੇ ਵਿੱਚ ਗਿਆ ਤਾਂ ਜੋ ਸ਼ੈਤਾਨ ਦੇ ਕੋਲੋਂ ਪਰਤਾਇਆ ਜਾਵੇ। ਇਸ ਜਗ੍ਹਾ ਤੇ ਅਸੀਂ 3 ਗੱਲਾਂ ਵੇਖਾਂਗੇ। ਯਿਸੂ ਮਸੀਹ ਨੂੰ ਸ਼ੈਤਾਨ ਨੇ 3 ਵਾਰ ਪਰਤਾਇਆ ਤੇ ਅਸੀਂ ਵੇਖਾਂਗੇ ਯਿਸੂ ਮਸੀਹ ਦਾ 3 ਵਾਰ ਕੀ ਪ੍ਰਤੀਉੱਤਰ ਹੈ। ਯਿਸੂ ਮਸੀਹ 3 ਵਾਰ ਕੀ ਰਿਸਪੌਂਸ ਉਸ ਨੂੰ ਦਿੰਦੇ ਹਨ। ਅਸੀਂ ਪੜਾਂਗੇ ਪਹਿਲੀ ਵਾਰ ਪ੍ਰਭੂ ਯਿਸੂ ਮਸੀਹ ਦਾ ਪਰਤਾਇਆ ਜਾਣਾ। 3 ਵਾਰ ਇਸ ਜਗ੍ਹਾ ਤੇ ਸ਼ੈਤਾਨ ਯਿਸੂ ਮਸੀਹ ਨੂੰ ਪਰਤਾਉਂਦਾ ਹੈ। ਪਹਿਲੀ ਵਾਰ ਅਸੀਂ ਪਰਤਾਏ ਜਾਣੇ ਬਾਰੇ ਪੜਾਂਗੇ ਮੱਤੀ 4 ਬਾਬ ਉਸ ਦੀ 2 ਤੋਂ ਲੈ ਕੇ 4 ਆਇਤ ਤੱਕ। ਅਤੇ ਜਦ 40 ਦਿਨ ਤੇ 40 ਰਾਤ ਵਰਤ ਰੱਖਿਆ ਤਾਂ ਉੜਕ ਉਹਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਇਸ ਜਗ੍ਹਾ ਤੇ ਅਸੀਂ 2 ਆਇਤ ਵਿੱਚ ਲਿਖਿਆ ਅਤੇ ਜਦ 40 ਦਿਨ ਅਤੇ 40 ਰਾਤ ਉਸਨੇ ਵਰਤ ਰੱਖਿਆ ਤਾਂ ਉੜਕ ਉਸ ਨੂੰ ਭੁੱਖ ਲੱਗੀ। ਜਦ ਯਿਸੂ ਮਸੀਹ ਨੇ 40 ਦਿਨ ਅਤੇ 40 ਰਾਤ ਦੇ ਰੋਜ਼ਿਆਂ ਨੂੰ ਪੂਰਾ ਕੀਤਾ, 40 ਦਿਨ ਰਾਤ ਦੇ ਫਾਸਟ ਨੂੰ ਪੂਰਾ ਕੀਤਾ ਤਾਂ ਉਸ ਨੂੰ ਭੁੱਖ ਲੱਗਦੀ ਹੈ। ਉਸ ਨੂੰ ਜਦ ਭੁੱਖ ਲੱਗਦੀ ਤਾਂ ਪਰਤਾਉਣ ਵਾਲਾ ਸ਼ੈਤਾਨ ਉਸ ਦੇ ਕੋਲ ਆਣ ਕੇ ਆਖਦਾ ਹੈ ਕਿ हे ਪਰਮੇਸ਼ਰ ਦੇ ਪੁੱਤਰ ਤੂੰ ਕਹਿ ਕਿ ਪੱਥਰ ਜੋ ਤੇਰੇ ਲਾਗੇ ਉਜਾੜ ਦੇ ਵਿੱਚ ਪਏ ਹਨ ਕਿ ਰੋਟੀਆਂ ਬਣ ਜਾਣ, ਕਿਉਂਕਿ ਸ਼ੈਤਾਨ ਵੀ ਜਾਣਦਾ ਹੈ ਪਰਮੇਸ਼ਰ ਦਾ ਪੁੱਤਰ ਜੋ ਆਖੇਗਾ ਉਹ ਸਭ ਕੁਝ ਹੋ ਸਕਦਾ ਹੈ।
इस जगह ते शैतान नूं भी पता है कि प्रभु यीशु मसीह सब कुछ करने की सामर्थ रखता है, इसलिए कहता कि ना पत्थरां नूं कह रोटी बन जाओ। प्रभु चाहता था उस जगह ते शैतान की गल मान सकता सी अते आखदा कि मैं तेरे सामने हुणे तेनू करके विखा सकदा हां कि ये पत्थर रोटियां बन सकदियां हन। पर प्रभु दा प्रति उत्तर की हुंदा है? यीशु मसीह इस जगह ते की रिस्पांस की उत्तर शैतान नूं देंदे हन, जिस करके शैतान उस ते फतेह नूं नहीं पाउंदा। आज सानू भी लोड़ है, सानू शैतान नूं की प्रति उत्तर देने की लोड़ है। शैतान अगे डरन की लोड़ नहीं। इस जगह ਅਸੀਂ ਵੇਖਦੇ ਹਾਂ प्रभु उस नाल बड़े प्यार निमरता सਹਿਤ ਦੇ ਨਾਲ ਗੱਲ ਕਰਦੇ, ਉਸ ਨੂੰ ਵਚਨ ਦੇ ਵਿੱਚੋਂ ਹੀ ਉੱਤਰ ਦਿੰਦੇ ਹਨ। ਜੇ ਸ਼ੈਤਾਨ ਪ੍ਰਭੂ ਨੂੰ ਵਚਨ ਦੇ ਵਿੱਚੋਂ ਗੱਲ ਕਰ ਰਿਹਾ ਤੇ ਯਿਸੂ ਵੀ ਉਸ ਨੂੰ ਵਚਨ ਦੇ ਵਿੱਚੋਂ ਹੀ ਉੱਤਰ ਦੇ ਰਿਹਾ ਹੈ, ਕਿਤੇ ਉਹ ਬਾਹਰ ਉਸ ਨਾਲ ਗੱਲ ਨਹੀਂ ਕਰ ਰਿਹਾ। ਅਸੀਂ 4:1 ਦੇ ਵਿੱਚ ਵੇਖਦੇ ਹਾਂ ਸਾਫ਼-ਸਾਫ਼ ਲਿਖਿਆ ਪ੍ਰਭੂ ਦਾ ਰਿਸਪੌਂਸ ਉਸ ਜਗ੍ਹਾ ਤੇ ਕੀ ਹੁੰਦਾ ਹੈ, ਯਿਸੂ ਦਾ ਪ੍ਰਤੀ ਉੱਤਰ ਉਸ ਜਗ੍ਹਾ ਤੇ ਕੀ ਹੁੰਦਾ ਹੈ। ਅਸੀਂ ਪੜਾਂਗੇ 4:1 ਨੂੰ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ इंसान मेरी रोटी नाल ही जिंदा नहीं रहेगा, कि इंसान मेरी रोटी दे नाल जिंदा नहीं रहंदा, पर हर एक वाक नाल जेड़ा परमेश्वर दे मुखों निकलदा है, पर हर एक वाक जेड़ा इस बाणी दे विचों निकलदा है उस दे नाल इंसान जिंदा रह सकदा है। प्रभु इस जगह ते शैतान दी गल नूं नहीं मनदे, जो शैतान उस नूं आखदा है वो नहीं करदे। यीशु उस नूं वचन दे विच उत्तर दिंदे हन कि लिखिया है कि इंसान मेरी रोटी दे नाल नहीं, जेड़ा वचन प्रभु दा सच्चा जिंदा कलाम है उस दे नाल जिंदा रह सकदा, क्योंकि वचन विच लिखिया जेड़ी रोटी रजाउंदी नहीं उस नूं तुसीं कातों खांदे हो। ਅਸੀਂ ਵੇਖਦੇ ਜਦ ਅਸੀਂ ਇੱਕ ਵਾਰ ਰੋਟੀ ਖਾਂਦੇ ਤਾਂ ਦੂਸਰੀ ਵਾਰ ਦੁਪਹਿਰ ਨੂੰ ਸਾਨੂੰ ਫੇਰ ਭੁੱਖ ਲੱਗ ਜਾਂਦੀ ਹੈ, ਪਰ ਜੇ ਅਸੀਂ ਇਸ ਪਵਿੱਤਰ ਬਾਣੀ ਦੀ ਰੋਟੀ ਨੂੰ ਖਾਵਾਂਗੇ ਤਾਂ ਸਦਾ ਅਸੀਂ ਨਿਹਾਲ ਰਵਾਂਗੇ, ਸਦਾ ਅਸੀਂ ਤ੍ਰਿਪਤ ਰਵਾਂਗੇ। ਪ੍ਰਭੂ ਉਸ ਨੂੰ ਆਖਦੇ ਹਨ ਜਿਹੜਾ ਇਸ ਪਵਿੱਤਰ ਵਚਨ ਦੇ ਵਿੱਚੋਂ ਖਾਵੇਗਾ ਉਹ ਕਦੀ ਭੁੱਖਿਆ ਨਹੀਂ ਰਹੇਗਾ। ਬੇਸ਼ੱਕ ਇਨਸਾਨ ਨੂੰ ਜਿਸਮਾਨੀ ਤੌਰ ਤੇ ਰੋਟੀ ਦੀ ਬਹੁਤ ਜ਼ਰੂਰਤ ਹੁੰਦੀ ਹੈ, ਜੇ ਉਸ ਨੂੰ ਇੱਕ ਦਿਨ ਰੋਟੀ ਨਾ ਮਿਲੇ ਤਾਂ ਉਸ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ, ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਜਗ੍ਹਾ ਤੇ ਯਿਸੂ ਮਸੀਹ 40 ਦਿਨ ਤੇ 40 ਰਾਤ ਬਿਨਾਂ ਰੋਟੀ ਤੋਂ ਰਹਿੰਦੇ ਹਨ। ਉਹਨਾਂ ਨੂੰ ਕਿਉਂ ਭੁੱਖ ਨਹੀਂ ਲੱਗਦੀ? ਉਹ ਕਿਉਂ 40 ਦਿਨ 40 ਰਾਤ ਬਿਨਾਂ ਰੋਟੀ ਤੋਂ ਜਿੰਦੇ ਰਹਿ ਰਹੇ ਹਨ? ਉਸ ਦਾ ਵੀ ਇੱਕ ਕਾਰਨ ਹੈ, ਕਿਉਂਕਿ ਜਦ ਅਸੀਂ ਸਟਾਰਟ ਪੁਆਇੰਟ ਦੇ ਵਿੱਚੋਂ ਪੜਿਆ ਉਸ ਵਿੱਚ ਲਿਖਿਆ ਆਤਮਾ ਯਿਸੂ ਨੂੰ ਉਜਾੜ ਦੇ ਵਿੱਚ ਲੈ ਗਿਆ। ਉਹ ਜੇ ਯਿਸੂ ਮਸੀਹ ਆਪ ਜਾਂਦਾ ਉਸ ਜਗ੍ਹਾ 'ਤੇ ਲਿਖਿਆ ਜਾਣਾ ਸੀ ਤਾਂ ਯਿਸੂ ਆਪਣੀ ਮਰਜ਼ੀ ਦੇ ਨਾਲ ਉਜਾੜ ਦੇ ਵਿੱਚ ਗਿਆ, ਪਰ ਉਸ ਜਗ੍ਹਾ ਤੇ ਲਿਖਿਆ ਆਤਮਾ ਦੀ ਅਗਵਾਈ ਦੇ ਨਾਲ ਯਿਸੂ ਉਜਾੜ ਵਿੱਚ ਗਿਆ। ਆਤਮਾ ਦੀ ਅਗਵਾਈ ਦੇ ਨਾਲ ਉਜਾੜ ਵਿੱਚ ਗਿਆ, ਇਸ ਕਰਕੇ ਯਿਸੂ ਮਸੀਹ ਨੂੰ ਭੁੱਖ ਨਹੀਂ ਲੱਗੀ, ਕਿਉਂਕਿ ਵਰਤ ਰੱਖਣ ਦਾ ਕੋਈ ਮਾਇਨੇ ਹੈ। ਪਿਛਲੇ ਦਿਨਾਂ ਵਿੱਚ ਵੀ ਅਸੀਂ ਵਚਨ ਨੂੰ ਸੁਣ ਰਹੇ ਸੀ। ਮੈਂ ਵਚਨ ਕੀਤਾ ਸੀ ਕਿ ਜਦ ਅਸਰ ਅਤੇ ਦਾਨੀਏਲ ਨੇ ਵਰਤ ਰੱਖਿਆ ਸੀ ਉਸ ਦਾ ਕੋਈ ਮੀਨਿੰਗ ਸੀ। ਜਦ ਅਸਰ ਨੇ ਵੀ ਵਰਤ ਰੱਖਿਆ ਸੀ ਉਸਨੇ ਰਾਜੇ ਦੇ ਦਰਬਾਰ ਦੇ ਵਿੱਚ ਜਾਣਾ ਸੀ, ਇਸ ਲਈ ਵਰਤ ਰੱਖਿਆ, ਕਿਉਂਕਿ ਵਚਨ ਦੇ ਵਿੱਚ ਇਹ ਵੀ ਕਹਿੰਦਾ ਹੈ ਕਿ ਤੁਸੀਂ ਵਰਤ ਮੈਨੂੰ ਹੁਰੇ ਮਾਰਨ ਦੇ ਲਈ ਨਹੀਂ ਰੱਖਣਾ, ਕਿ ਤੁਸੀਂ ਮੈਨੂੰ ਤਾਨੇ ਦੇ ਕੇ ਸੁਣਾਓ ਕਿ ਅੱਜ ਮੈਂ ਵਰਤ ਦੇ ਵਿੱਚ ਹਾਂ। ਪਰਮੇਸ਼ਰ ਕਹਿੰਦਾ ਤੂੰ ਗੁਪਤ ਦੇ ਵਿੱਚ ਵਰਤ ਨੂੰ ਰੱਖ, ਕਿਉਂਕਿ ਮੈਂ ਗੁਪਤ ਦੇ ਵਿੱਚ ਹੀ ਤੈਨੂੰ ਬਰਕਤ ਦਵਾਂਗਾ। ਇਸ ਲਈ ਪ੍ਰਭੂ ਨੂੰ ਭੁੱਖ ਨਹੀਂ ਲੱਗੀ। ਪ੍ਰਭੂ ਇਸ ਜਗ੍ਹਾ ਤੇ ਉਸ ਨੂੰ ਆਖਦੇ ਹਨ ਇਨਸਾਨ ਮੇਰੀ ਰੋਟੀ ਦੇ ਨਾਲ ਨਹੀਂ ਸਗੋਂ ਇਸ ਖੁਦਾ ਬਾਪ ਦੇ ਵਚਨ ਦੇ ਨਾਲ ਜਿੰਦਾ ਰਹਿੰਦਾ ਹੈ। ਅੱਜ ਸਾਨੂੰ ਵੀ ਲੋੜ ਹੈ ਕਿ ਸਾਡਾ ਸ਼ੈਤਾਨ ਦੇ ਵਤੀਰੇ ਦੇ ਉੱਤੇ ਪ੍ਰਤੀ ਉੱਤਰ ਕੀ ਹੈ। ਜੇ ਸ਼ੈਤਾਨ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਤਾਂ ਸਾਨੂੰ ਯਿਸੂ ਮਸੀਹ ਦੇ ਵਾਂਗ ਉਸ ਨੂੰ ਉੱਤਰ ਦੇਣ ਦੀ ਵਚਨ ਦੇ ਵਿੱਚੋਂ ਲੋੜ ਹੈ, ਫਿਰ ਸ਼ੈਤਾਨ ਭੱਜੇਗਾ। क्योंकि लूका 14 बाब उसकी 15 ਦੇ ਵਿੱਚ ਲਿਖਿਆ ਹੈ। ਅਸੀਂ ਪੜਾਂਗੇ ਲੂਕਾ 14 ਬਾਬ उसकी 15 ਦੇ 20 ਪਾਠ ਨੂੰ ਲਾਸਟ ਦੇ ਵਿੱਚ ਪੜਾਂਗੇ। ਉਹਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਉਹਨਾਂ ਗੱਲਾਂ ਨੂੰ ਸੁਣ ਕੇ ਉਹਨਾਂ ਨੂੰ ਕਿਹਾ ਤਨ ਉਹ ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਰੋਟੀ ਖਾਊਗਾ। ਧਨ ਹੈ ਉਹ ਜਿਹੜਾ ਪਰਮੇਸ਼ਰ ਦੇ ਰਾਜ ਵਿੱਚੋਂ ਰੋਟੀ ਖਾਊਗਾ। ਉਹ ਮਨੁੱਖ ਧਨ ਹੈ ਜਿਹੜਾ ਜਿਸਮਾਨੀ ਤੌਰ ਦੇ ਉੱਤੇ ਰੋਟੀ ਖਾਵੇਗਾ, ਉਹ ਧਨ ਨਹੀਂ, ਕਿਉਂਕਿ ਜਿਹੜੀ ਰੋਟੀ ਅਸੀਂ ਖਾਂਦੇ ਆ ਉਹ ਨਾਸ ਹੋ ਜਾਂਦੀ ਹੈ, ਉਹ ਬਾਹਰ ਆ ਜਾਂਦੀ ਹੈ, ਫਿਰ ਸਾਨੂੰ ਦੁਬਾਰੇ ਭੁੱਖ ਲੱਗਦੀ ਹੈ। ਪਰ ਜਿਹੜੀ ਆਤਮਿਕ ਰੋਟੀ ਹੈ ਉਹ ਸਾਡੇ ਮਨਾਂ ਨੂੰ ਨਿਹਾਲ ਕਰਦੀ ਹੈ, ਸਾਡੀ ਰੂਹਾਂ ਨੂੰ ਤ੍ਰਿਪਤ ਕਰਦੀ ਹੈ। ਉਸ ਰੋਟੀ ਦੀ ਪ੍ਰਭੂ ਗੱਲ ਕਰ ਰਿਹਾ ਹੈ।
कि जे असीं उस रोटी नूं खावांगे तां फिर भी असीं जिउंदे रह सकदे हां। इस जगह ते असीं वेखिया कि परमेश्वर नूं जद पहली बार शैतान परताउंदा है तां प्रभु ने उस नूं बड़ी सूझवान तरीके दे नाल वचन दे विचों उत्तर दिता। और सानूं भी लोड़ है कि जद साडी जिंदगियां विच डेविल दा अटैक है, शैतान दियां चलाकियां जे साडे जीवन दे विच अज भी चलदियां हन मसीह लाइफ दे विच, तां सानूं लोड़ है वचन दे विचों उत्तर देण दी। क्योंकि वचन में साफ साफ लिखा है कि शैतान का सामना करो तो भज जाएगा। सानू वचन दे विचों लोड़ है उस नाल गलबात करनी, फिर हो जाएगा। क्योंकि कोई जिस्मानी इंसान उसके नाल सामना नहीं कर सकता, क्योंकि उसकी भी बहुत ताकत है, पर यीशु मसीह के नाम के नाल ही डरता है। इकलौता वो नाम है जिस तो डरता है ते कंबदा है ते चलिया जाता है। ਅਸੀਂ ਵੇਖਿਆ ਪਹਿਲੀ ਵਾਰ ਪ੍ਰਭੂ ਨੇ ਉਸ ਨੂੰ ਵਚਨ ਦੇ ਵਿੱਚ ਉੱਤਰ ਦਿੱਤਾ ਅਤੇ ਦੂਸਰੀ ਵਾਰ ਸ਼ੈਤਾਨ ਪ੍ਰਭੂ ਨੂੰ ਫੇਰ ਵਰਤਾਉਂਦਾ ਹੈ। ਅਸੀਂ ਪੜਾਂਗੇ ਮੱਤੀ 4 ਬਾਬ ਉਸ ਦੀ 5 ਅਤੇ 6 ਆਇਤ ਨੂੰ। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ। जो लिखा है कि वो अपने दूतां नूं तेरे लिए हुक्म देवेगा, वो तैनूं हत्थों ते चुक लैणगे मते पत्थर नाल तेरे पैर नूं सट लगे। यीशु ने उसनूं कहा, यह भी लिखा है जो तू प्रभु अपने परमेश्वर नूं ना परता। हाँ, इस जगह ते असीं दूसरी बार वेखदे हां जद शैतान उस नूं परताउंदा है, एक पवित्र शहर दे विच उस नूं ले जांदा है अते उस दी चोटी दे उत्ते उस नूं खड़ा करके आखदा है कि जे तू परमेश्वर दा पुत्र है तो अपने आप में इस जगह तो डेग दे, क्योंकि उसको पता कि तेरे दूत तेरी रखवाली करके तेनू सट नहीं लगेगी। इस जगह ते नाल नाल ये भी वेखना, इस नाल नाल ये भी सिक्ख्या लैनी कि शैतान भी वचन नूं जानदा है। वो भी इस जगह ते वेखदे हां वचन दे विचों गल करदा है, क्योंकि वचन कहंदा तेरे दिनां विच झूठे नबी भी उठ खलोणगे ਜਿਹੜੇ वचन दे विचों ही चोपड़ियां गल्लां करके लोकां नूं मोह लैणगे, ख्याली कहानियां दे नाल लोकां नूं मोह लैणगे। अंत दे दिनां विच कन्नां दे जलून करके लोक अपने रुतबे दे अनुसार गुरु नूं तार लैणगे। ये उस गल दा सबूत है कि शैतान भी वचन नूं उन्ना ही जानदा है। जे असीं दूसरे तरीके नाल गल करिए, एक आम विश्वासी दे नालों शैतान नूं ज्यादा वचन पता है। वो वचन दे विचों गल करके तुहानूं परमावेगा, दुबारों कितों गल नहीं करेगा। सानू लोड़ है वचन नूं समझण दी, इसलिए आखदा सुचेत होवो। शैतान बुक दे सी वांगू लभदा फिरदा है कि किस नूं पाड़ खावां। सानू सुचेत होण दी लोड़ है। जिस तरह प्रभु इस जगह ते सुचेत सी, उसने शैतान दे नाल बड़ी आसानी दे नाल सामना कीता। आज सानू भी लोड़ है सुचेत होण दी, ताकि असीं शैतान दियां ताकतां दे नाल, उस अंधकार दियां ताकतां दे नाल सामना करके यीशु मसीह दे नाम दे विच जित नूं पा लईए। हालेलुया, हालेलुया। इस जगह ते असीं पढ़िया कि जद उस शहर दे उत्ते हैकल दे विच, हैकल दे किंगरे दे उत्ते यीशु नूं लै के चला जांदा है शैतान अते आखदा कि तू इस नूं हेठां देख दे। उस जगह ते प्रभु उस नूं कुछ नहीं कहंदे, एक वचन दे विचों फिर उस नूं उत्तर दिंदे हन कि ये भी लिखा है कि तू यहोवा अपने परमेश्वर नूं ना परता। परमेश्वर ने उसनूं आख्या कि तू मैनूं ना परता, क्योंकि जबूर 91 बाब उसदी 11 ते 12 मसीह वचन दे विच जद पढ़दे उस जगह ते की लिखिया सी, वचन दे विचों पढ़ांगे। जबूर 91 उसदी 11 ते 12 वो तो अपने दूतां नूं तेरे लिए हुक्म देवेगा, वो तो अपने दूतां नूं तेरे लिए हुक्म देवेगा, आयो तेरे सारे राहां विच तेरी रक्षा करन। हां, वो तैनूं हत्थां उत्ते चुक लैणगे मते पत्थर नाल तेरे पैर नूं सट। हां, इस जगह ते असीं पढ़िया वो तो अपने दूतां नूं यीशु मसीह दे लिए हुक्म देवेगा कि उस नूं उठा लैण, ਉਹ ਤੈਨੂੰ ਹੱਥਾਂ ਦੇ ਉੱਤੇ ਚੁੱਕ ਲੈਣਗੇ। ਸ਼ੈਤਾਨ ਇਸ ਗੱਲ ਨੂੰ ਜਾਣਦਾ ਹੈ ਕਿ ਉਹ ਯਿਸੂ ਨੂੰ ਡਿੱਗਣ ਨਹੀਂ ਦੇਣਗੇ, ਉਸ ਨੂੰ ਹੱਥਾਂ ਦੇ ਉੱਤੇ ਚੁੱਕ ਲੈਣਗੇ ਕਿ ਉਸ ਦੇ ਪੈਰ ਨੂੰ ਸੱਟ ਲੱਗੇ। ਪਰ ਉਹ ਫਿਰ ਵੀ ਪਰਤਾਉਂਦਾ ਹੈ ਕਿ ਯਿਸੂ ਮੇਰੀਆਂ ਗੱਲਾਂ ਦੇ ਵਿੱਚ ਆਉਂਦਾ ਹੈ, ਬੜੇ ਉਸ ਨੂੰ ਲਾਲਚ ਦਿੰਦਾ ਹੈ। ਅੱਜ ਅਸੀਂ ਵੇਖਦੇ ਹਾਂ ਕਈ ਵਾਰ ਦੁਨਿਆਵੀ ਰੂਪ ਤੇ ਅਸੀਂ ਵੇਖਦੇ ਹਾਂ ਕਈ ਕਲੀਸਿਆਵਾਂ ਦੇ ਵਿੱਚ ਅਸੀਂ ਅੱਜ ਵੇਖ ਰਹੇ ਹਾਂ ਬਹੁਤ ਕੁਝ ਹੋ ਰਿਹਾ ਹੈ। ਕਈ ਲੋਕ
ਅੱਜ ਲੋਕਾਂ ਨੂੰ ਲਾਲਚ ਦੇ ਰਹੇ ਹਨ, ਬਹੁਤ ਲਾਲਚ ਦੇ ਰਹੇ ਹਨ, ਪਰ ਸਾਨੂੰ ਲੋੜ ਹੈ ਪਰਖਣ ਦੀ ਕਿ ਵਚਨ ਸਾਨੂੰ ਕੀ ਆਖਦਾ ਹੈ। ਸਾਨੂੰ ਲੋੜ ਹੈ ਪਰਖਣ ਦੀ, ਪਰਖਣ ਵਾਲੇ ਆਤਮਾ ਮੰਗਣ ਦੀ ਕਿ ਵੇ ਪ੍ਰਭੂ ਸਾਨੂੰ ਪਰਖ ਵਾਲਾ ਆਤਮਾ ਦੇ। ਇਸ ਜਗ੍ਹਾ ਤੇ ਪ੍ਰਭੂ ਅਸੀਂ ਵੇਖਦੇ ਹਾਂ ਪ੍ਰਭੂ ਪਰਖ ਲੈਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਹਨ, ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਉੱਤਰ ਦਿੰਦਾ ਹੈ। ਅਤੇ ਉਸ ਨੂੰ ਉੱਤਰ ਪ੍ਰਭੂ ਦਾ ਇਸ ਜਗ੍ਹਾ ਤੇ ਦੂਸਰੀ ਵਾਰ ਕੀ ਰਿਸਪੌਂਸ ਹੁੰਦਾ ਹੈ ਕਿ ਇਹ ਲਿਖਿਆ ਹੈ ਕਿ ਪ੍ਰਭੂ ਆਪਣੇ ਯਹੋਵਾ ਪਰਮੇਸ਼ਰ ਨੂੰ ਕੀ ਨਾ ਪਤਾ। ਆ ਸਾਨੂੰ ਵੀ ਲੋੜ ਹੈ ਵਚਨ ਦੇ ਵਿੱਚ ਉੱਤਰ ਦੇਣ ਦੀ, ਵਚਨ ਦੇ ਵਿੱਚੋਂ ਉੱਤਰ ਦੇਣ ਦੀ। ਜੇ ਅਸੀਂ ਵਚਨ ਦੇ ਵਿੱਚੋਂ ਵਚਨ ਦੇ ਨਾਲ ਸ਼ੈਤਾਨ ਦਾ ਸਾਹਮਣਾ ਕਰਾਂਗੇ ਤਾਂ ਫਿਰ ਸ਼ੈਤਾਨ ਭੱਜੇਗਾ। ਜਗ੍ਹਾ ਤੇ ਅਸੀਂ ਵੇਖ ਰਹੇ ਦੋਵੇਂ ਵਾਰ ਪ੍ਰਭੂ ਯਿਸੂ ਮਸੀਹ ਉਸ ਨੂੰ ਵਚਨ ਦੇ ਵਿੱਚ ਉੱਤਰ ਦਿੰਦਾ ਹੈ ਤਾਂ ਫਿਰ ਸ਼ੈਤਾਨ ਜਾਂਦਾ ਹੈ, ਫਿਰ ਸ਼ੈਤਾਨ ਉਸ ਨੂੰ ਡਗਮਗਾਉਂਦਾ ਹੈ, ਫਿਰ ਸ਼ੈਤਾਨ ਦੀ ਤਾਕਤਾਂ ਘੱਟ ਹੁੰਦੀਆਂ ਹਨ। ਆ ਸਾਨੂੰ ਵੀ ਲੋੜ ਹੈ ਵਚਨ ਦੇ ਨਾਲ ਸ਼ੈਤਾਨ ਦਾ ਸਾਹਮਣਾ ਕਰਨ ਦੀ, ਫਿਰ ਸ਼ੈਤਾਨ ਭੱਜ ਜਾਵੇਗਾ। ਹਾਲੇਲੂਇਆ, ਹਾਲੇਲੂਇਆ, ਫਿਰ ਸ਼ੈਤਾਨ ਭੱਜੇਗਾ। ਦੂਸਰੀ ਵਾਰ ਵੀ ਪਰਮੇਸ਼ਰ ਦਾ ਪ੍ਰਤੀ ਉੱਤਰ ਕੀ ਸੀ ਅਸੀਂ ਵੇਖਿਆ, ਉਹ ਪਰਮੇਸ਼ਰ ਦੂਸਰੀ ਵਾਰ ਵੀ ਉਹਨੂੰ ਵਚਨ ਦੇ ਵਿੱਚ ਉੱਤਰ ਦਿੰਦਾ ਹੈ, ਕਿਤੋਂ ਬਾਹਰ ਉੱਤਰ ਨਹੀਂ ਦਿੰਦਾ। ਅਸੀਂ ਤੀਸਰੀ ਵਾਰ ਸ਼ੈਤਾਨ ਉਸ ਨੂੰ ਫਿਰ ਲਾਸਟ ਵਾਰ ਭੜਕਾਉਂਦਾ ਹੈ ਕਿ ਇਸ ਵਾਰ ਸ਼ਾਇਦ ਇਹ ਮੇਰੀਆਂ ਗੱਲਾਂ ਦੇ ਵਿੱਚ ਆ ਜਾਵੇ, ਪਰ ਨਹੀਂ। ਤੀਸਰੀ ਵਾਰ ਵੀ ਪਰਮੇਸ਼ਰ ਦਾ ਪ੍ਰਤੀ ਉੱਤਰ ਸੇਮ ਉਹੀ ਰਹਿੰਦਾ ਹੈ। ਤੀਸਰੀ ਵਾਰ ਵੀ ਪ੍ਰਭੂ ਯਿਸੂ ਦਾ ਪ੍ਰਤੀ ਉੱਤਰ ਰਿਸਪੌਂਸ ਉਹੀ ਰਹਿੰਦਾ, ਉਹ ਵਚਨ ਦੇ ਵਿੱਚੋਂ ਹੀ ਉੱਤਰ ਦਿੰਦਾ ਹੈ। ਇੱਕ ਵਾਰ ਵੀ ਪਰਮੇਸ਼ਰ ਵਚਨ ਤੋਂ ਬਾਹਰ ਨਹੀਂ ਜਾਂਦਾ। ਤੀਸਰੀ ਵਾਰ ਜਦ ਸ਼ੈਤਾਨ ਭੜਕਾਉਂਦਾ ਸੀ ਵਚਨ ਵਿੱਚੋਂ ਪੜਾਂਗੇ ਮੱਤੀ 4 ਬਾਬ ਉਸ ਦੀ 8 ਅਤੇ 9 ਆਇਤ ਨੂੰ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਤੇ ਨਾਲ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦਾ ਜਲੌ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਤਦ ਯਿਸੂ ਨੇ ਉਸ ਨੂੰ ਕਿਹਾ ਬਸ ਤੀਸਰੀ ਵਾਰ ਅਸੀਂ ਵੇਖਦੇ ਹਾਂ ਫਿਰ ਸ਼ੈਤਾਨ ਉਸ ਨੂੰ ਇੱਕ ਉੱਚੇ ਪਹਾੜ ਦੇ ਉੱਤੇ ਲੈ ਜਾਂਦਾ ਹੈ ਜਿਸ ਤੋਂ ਸਾਰਾ ਜਗਤ ਦੇਖਦਾ ਹੈ, ਉਸ ਨੂੰ ਸਾਰੀਆਂ ਜਗਤ ਦੀਆਂ ਪਾਤਸ਼ਾਹੀਆਂ ਜੋ ਵੀ ਜਗਤ ਦੇ ਵਿੱਚ ਹੁੰਦਾ ਹੈ ਸਭ ਕੁਝ ਵਿਖਾਉਂਦਾ ਹੈ ਅਤੇ ਆਖਦਾ ਹੈ ਜੇ ਇੱਕ ਵਾਰ ਤੂੰ ਮੈਨੂੰ ਨਿਓ ਕੇ ਮੱਥਾ ਟੇਕ ਦਵੇਂ ਤਾਂ ਇਹ ਸਾਰੀਆਂ ਜਗਤ ਦੀਆਂ ਚੀਜ਼ਾਂ ਮੈਂ ਤੇਰੇ ਵੱਸੋਂ ਵਿੱਚ ਕਰ ਦਿਆਂਗਾ, ਸਭ ਕੁਝ ਤੈਨੂੰ ਦੇ ਦੇਵਾਂਗਾ। ਪਰ ਇਸ ਵਾਰ ਵੀ ਪ੍ਰਭੂ ਉਸ ਨੂੰ ਵਚਨ ਦੇ ਵਿੱਚ ਉੱਤਰ ਦਿੰਦੇ ਹਨ, ਆਖਦੇ ਹਨ ਹੇ ਸ਼ੈਤਾਨ ਚਲਾ ਜਾ, ਕਿਉਂ ਜੋ ਲਿਖਿਆ ਭਾਈ ਤੂੰ ਆਪਣੇ ਪ੍ਰਭੂ ਨੂੰ ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕੇ ਤੇ ਉਸੇ ਇਕੱਲੇ ਦੀ ਉਪਾਸਨਾ ਕਰੇ। ਇਸ ਜਗ੍ਹਾ ਤੇ ਯਿਸੂ ਨੇ ਉਸ ਨੂੰ ਉੱਤਰ ਦਿੱਤਾ ਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਤੂੰ ਉਸੇ ਇਕਲੌਤੇ ਪਰਮੇਸ਼ਰ ਦੇ ਅੱਗੇ ਮੱਥਾ ਟੇਕੇ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰੇ, ਕਿਸੇ ਹੋਰ ਦੇ ਅੱਗੇ ਸਜਦਾ ਨਾ ਕਰੇ। ਆ ਸਾਨੂੰ ਵੀ ਲੋੜ ਹੈ ਇੱਕ ਪਰਮੇਸ਼ਰ ਦੇ ਉੱਤੇ ਚੱਲਣ ਦੀ। ਜੇ ਅਸੀਂ ਦੋ ਬੇੜੀਆਂ ਦੇ ਵਿੱਚ ਪੈਰ ਟਿਕਾਉਂਦੇ ਹਾਂ ਤਾਂ ਫਿਰ ਅਸੀਂ ਸਾਡੀ ਬੇੜੀ ਡਗਮਗਾ ਜਾਂਦੀ ਹੈ, ਫਿਰ ਅਸੀਂ ਡੁੱਬ ਜਾਂਦੇ ਹਾਂ, ਫਿਰ ਅਸੀਂ ਡੁੱਬਦੇ ਹਾਂ। ਜੇ ਇੱਕ ਵੱਲ ਪਰਮੇਸ਼ਰ ਤੱਕਦੇ ਹਾਂ ਇੱਕ ਨੂੰ ਸਾਡਾ ਫਿਕਰ ਹੁੰਦਾ ਹੈ। ਜੇ ਅਸੀਂ ਆਮ ਵੇਖਦੇ ਹਾਂ ਦੁਨਿਆਵੀ ਤੌਰ ਤੇ ਜੇ ਇੱਕ ਦੇ ਘਰ ਵਿੱਚ ਅਸੀਂ ਦੱਸ ਕੇ ਜਾਈਏ ਤਾਂ ਉਸ ਨੂੰ ਫਿਕਰ ਹੁੰਦਾ ਹੈ ਕਿ ਰਿਸ਼ਤੇਦਾਰ ਹੈ ਭਾਈ ਭੈਣ ਮੇਰੇ ਘਰ ਵਿੱਚ ਆਇਆ ਹੈ, ਇਹ ਰਿਸ਼ਤੇਦਾਰ ਭਾਈ ਭੈਣ ਮੇਰੇ ਘਰ ਵਿੱਚ ਆਇਆ, ਮੈਨੂੰ ਇਹਨੂੰ ਰੋਟੀ ਦੀ ਲੋੜ ਹੈ, ਮੈਂ ਇਹਦਾ ਸਾਰਾ ਆਦਰ ਭਾਵ ਕਰਨਾ ਹੈ। ਉਸ ਨੂੰ ਫਿਕਰ ਹੁੰਦਾ ਹੈ, ਉਸ ਨੂੰ ਫਿਰ ਫਿਕਰ ਹੁੰਦਾ ਜੇ ਉਸ ਨੂੰ ਪਤਾ ਹੁੰਦਾ ਹੈ ਕਿ ਅੱਜ ਇਸ ਨੇ ਮੇਰੇ ਘਰ ਦੇ ਵਿੱਚ ਆਉਣਾ ਹੈ। ਜੇ ਅਸੀਂ ਬਹੁਤਿਆਂ ਦੇ ਮਗਰ ਤੁਰਾਂਗੇ ਤਾਂ ਫਿਰ ਆਮ ਕਹਾਵਤ ਹੈ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ। ਇਹ ਆਮ ਕਹਾਵਤ ਅਸੀਂ ਸੁਣਦੇ ਹਾਂ। ਇਸ ਤਰੀਕੇ ਦੇ ਨਾਲ ਵਚਨ ਆਖਦਾ ਹੈ ਕਿ ਤੂੰ ਇੱਕੋ ਯਹੋਵਾ ਦੀ ਉਪਾਸਨਾ ਕਰ। ਜਦ ਅਸੀਂ ਪੁਰਾਣੇ ਨੇਮ ਦੇ ਵਿੱਚ 10 ਹੁਕਮਾਂ ਨੂੰ ਪੜ੍ਹਦੇ ਹਾਂ, ਕੂਚ ਵੀ ਬਾਪ ਉਸੇ ਪਹਿਲੀ ਆਇਤ ਵਿੱਚ ਜਦ ਅਸੀਂ 10 ਹੁਕਮਾਂ ਨੂੰ ਪੜ੍ਹਦੇ ਹਾਂ, ਉਸਦਾ ਪਹਿਲਾ ਹੁਕਮ ਇਹ ਹੈ ਕਿ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ, ਤੂੰ ਉਸੇ ਖੁਦਾ ਬਾਪ ਦੀ ਉਪਾਸਨਾ ਕਰ ਜਿਹੜਾ ਪ੍ਰਭੂਆਂ ਦਾ ਪ੍ਰਭੂ ਹੈ, ਆਦ ਅਤੇ ਅੰਤ ਹੈ, ਅਲਫਾ ਅਤੇ ਓਮੇਗਾ ਹੈ। ਉਹੀ ਪਰਮੇਸ਼ਰ ਜਿਹੜਾ ਸਭ ਕੁਝ ਕਰਨੇ ਦੀ ਤਾਕਤ ਰੱਖਦਾ ਹੈ। ਉਸੇ ਪਰਮੇਸ਼ਰ ਦੇ ਅੱਗੇ ਸਾਨੂੰ ਸਜਦਾ ਕਰਨ ਦੀ ਲੋੜ ਹੈ। ਜਦ ਅਸੀਂ ਵਿਸਤਾਰ 6 ਬਾਬ ਉਸ ਦੀ 13 ਆਇਤ ਵਿੱਚੋਂ ਪੜ੍ਹਦੇ ਹਾਂ, ਵਿਸਤਾਰ ਯਹੋਵਾ ਆਪਣੇ ਪਰਮੇਸ਼ਰ ਤੋਂ ਡਰੋ
ਉਸ ਦੀ ਉਪਾਸਨਾ ਕਰੋ ਅਤੇ ਉਸ ਦੇ ਨਾਮ ਦੀ ਸਹੁੰ ਖਾਓ। ਹਾਂ, ਇਸ ਜਗ੍ਹਾ ਤੇ ਅਸੀਂ ਪੜਿਆ ਯਹੋਵਾ ਆਪਣੇ ਪਰਮੇਸ਼ਰ ਤੋਂ ਡਰੋ ਅਤੇ ਉਸੇ ਦੀ ਉਪਾਸਨਾ ਕਰੋ। ਸਾਨੂੰ ਯਹੋਵਾ ਤੋਂ ਹੀ ਡਰਨ ਦੀ ਲੋੜ ਹੈ, ਉਸ ਖੁਦਾ ਬਾਪ ਤੋਂ ਹੀ ਡਰਨ ਦੀ ਲੋੜ ਹੈ ਅਤੇ ਉਸੇ ਇਕੱਲੇ ਦੀ ਉਪਾਸਨਾ ਕਰਨ ਦੀ ਲੋੜ ਹੈ। ਫਿਰ ਸਾਡੇ ਸਾਰੇ ਕੰਮ ਸਫਲ ਹੋਣਗੇ। ਫਿਰ ਸ਼ੈਤਾਨ ਦੀਆਂ ਤਾਕਤਾਂ ਸਾਡੀ ਜ਼ਿੰਦਗੀ ਵਿੱਚੋਂ ਚਲੀਆਂ ਜਾਣਗੀਆਂ, ਕਿਉਂਕਿ ਸ਼ੈਤਾਨ ਨੂੰ ਜੇ ਨਿੱਕੀ ਜਿਹੀ ਚੀਜ਼ ਜਗ੍ਹਾ ਮਿਲ ਜਾਵੇ ਇਨਸਾਨ ਦੇ ਰੂਪ ਦੇ ਵਿੱਚ, ਇਨਸਾਨ ਦੇ ਸਰੀਰ ਵਿੱਚ, ਤਾਂ ਉਹ ਕਬਜ਼ਾ ਕਰ ਲੈਂਦਾ ਹੈ। ਸਾਨੂੰ ਲੋੜ ਹੈ ਜੋ ਉਸ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਕੱਢਣ ਦੀ ਜੋ ਪਰਮੇਸ਼ਰ ਦੇ ਖਿਲਾਫ ਨੇ, ਪਰਮੇਸ਼ਰ ਦੇ ਉਲਟ ਹਨ। ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਝਾਤੀ ਮਾਰੀਏ, ਕਿਤੇ ਅਸੀਂ ਅੱਜ ਤਾਂ 2 ਬੇੜੀਆਂ ਦੇ ਵਿੱਚ ਪੈਰ ਨਹੀਂ ਰੱਖਦੇ। ਜੇ ਅਸੀਂ 2 ਬੇੜੀਆਂ ਦੇ ਵਿੱਚ ਪੈਰ ਰੱਖ ਰਹੇ ਹਾਂ ਤਾਂ ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਖੁਦਾ ਬਾਪ ਇਕੱਲੇ ਦੀ ਉਪਾਸਨਾ ਕਰੋ, ਤਾਂ ਫਿਰ ਤੁਹਾਡੇ ਕਾਰਜ ਸਫਲ ਹੋਣਗੇ, ਫਿਰ ਤੁਹਾਨੂੰ ਬਰਕਤਾਂ ਮਿਲਣਗੀਆਂ, ਫਿਰ ਸ਼ੈਤਾਨ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਾਵੇਗਾ। ਤੀਸਰੀ ਵਾਰ ਵੀ ਪ੍ਰਭੂ ਉਸ ਨੂੰ ਉੱਤਰ ਵਚਨ ਦੇ ਵਿੱਚੋਂ ਦਿੰਦਾ ਹੈ, ਕਿਉਂਕਿ ਇਹ ਵਚਨ ਦੇ ਵਿੱਚ ਸਭ ਕੁਝ ਪਹਿਲਾਂ ਲਿਖਿਆ ਹੋਇਆ ਹੈ ਕਿ ਤੂੰ ਯਹੋਵਾ ਆਪਣੇ ਪਰਮੇਸ਼ਰ ਦੀ ਇਕੱਲੇ ਦੀ ਉਪਾਸਨਾ ਕਰ, ਉਸ ਤੋਂ ਬਿਨਾਂ ਕਿਸੇ ਹੋਰ ਅੱਗੇ ਮੱਥਾ ਵੀ ਨਾ ਟੇਕ। ਜਦ ਅਸੀਂ ਕੂਚ ਦੀ ਬਾਪ ਦੀ 5 ਐਤ ਵਿੱਚ ਪੜ੍ਹਦੇ ਹਾਂ, ਉਸ ਜਗ੍ਹਾ ਤੇ ਲਿਖਦਾ ਹੈ, ਜਦ ਅਸੀਂ 10 ਹੁਕਮਾਂ ਬਾਰੇ ਪੜ੍ਹਦੇ ਹਾਂ, ਕੂਚ ਦੀ ਬਾਪ ਵਿੱਚ ਲਿਖਦਾ ਹੈ ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਤੂੰ ਉਹਨਾਂ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ, ਨਾ ਉਹਨਾਂ ਦੀ ਪੂਜਾ ਕਰ। ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ। ਹਾਂ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਹਾਂ। ਅਸੀਂ ਵਚਨ ਦੇ ਵਿੱਚੋਂ ਪੜ੍ਹਿਆ ਕਿ ਸਾਨੂੰ ਇਸ ਖੁਦਾ ਬਾਪ ਦੇ ਅੱਗੇ ਸਿਰ ਝੁਕਾਉਣ ਦੀ ਲੋੜ ਹੈ, ਉਸੇ ਇਕੱਲੇ ਦੇ ਅੱਗੇ ਸਿਜਦਾ ਕਰਨ ਦੀ ਲੋੜ ਹੈ, ਕਿਉਂ ਜੋ ਉਹੀ ਉਸਤਤ ਦੇ ਯੋਗ ਹੈ। ਜ਼ਬੂਰ 103 ਵਿੱਚ ਲਿਖਿਆ ਯਹੋਵਾ ਦਾ ਧੰਨਵਾਦ ਕਰੋ, ਕਿਉਂ ਜੋ ਉਹ ਭਲਾ ਹੈ, ਕਿਉਂਕਿ ਉਹੀ ਭਲਾ ਪਰਮੇਸ਼ਰ ਹੈ, ਉਹਦੇ ਬਿਨਾ ਹੋਰ ਕੋਈ ਨਹੀਂ ਹੈ। ਉਹੀ ਬਚਾਉਣ ਵਾਲਾ ਹੈ, ਉਹੀ ਛਡਾਉਣ ਵਾਲਾ ਹੈ, ਉਹੀ ਨਿਰੋਇਆ ਕਰਨ ਵਾਲਾ ਹੈ ਤੇ ਉਹੀ ਚੰਗਾ ਕਰਨ ਵਾਲਾ ਹੈ, ਉਹੀ ਬੰਦਨਾਂ ਨੂੰ ਤੋੜਨ ਵਾਲਾ ਖੁਦਾ ਹੈ। ਹਾਲੇਲੂਇਆ। ਆ ਸਾਨੂੰ ਲੋੜ ਹੈ ਉਸ ਖੁਦਾ ਬਾਪ ਦੇ ਅੱਗੇ ਸਿਰ ਝੁਕਾਉਣ ਦੀ, ਉਸ ਅੱਗੇ ਉਸ ਮਸੀਹਾ ਨੂੰ ਪੁਕਾਰਨ ਦੀ ਜਿਹੜਾ ਸੱਚਾ ਮਸੀਹਾ ਹੈ। ਜੇ ਅਸੀਂ ਉਸ ਸੱਚੇ ਮਸੀਹ ਨੂੰ ਪੁਕਾਰਦੇ ਹਾਂ ਤਾਂ ਫਿਰ ਮਸੀਹ ਦੇ ਵਿੱਚ ਸਾਡੇ ਸਾਰੇ ਕੰਮ ਸਫਲ ਹੁੰਦੇ ਹਨ। ਇੱਕ ਦੇ ਉੱਤੇ ਜਦ ਅਸੀਂ ਵਿਸ਼ਵਾਸ ਰੱਖਦੇ ਹਾਂ ਤਾਂ ਫਿਰ ਸਾਡੇ ਸਾਰੇ ਕੰਮ ਸਫਲ ਹੁੰਦੇ ਹਨ। ਅਸੀਂ ਵੇਖਦੇ ਹਾਂ, ਇਸ ਕਹਾਣੀ ਦੇ ਵਿੱਚ ਸਮਝਦੇ ਹਾਂ, ਸ਼ੈਤਾਨ ਪ੍ਰਭੂ ਯਿਸੂ ਨੂੰ 3 ਵਾਰ ਪਰਤਾਉਂਦਾ ਹੈ, ਪਰ 3 ਵਾਰ ਪ੍ਰਭੂ ਯਿਸੂ ਦਾ ਪ੍ਰਤੀ ਉੱਤਰ ਕੀ ਹੁੰਦਾ ਹੈ? ਉਹ ਵਚਨ ਦੇ ਵਿੱਚੋਂ ਹੀ ਉਹਨਾਂ ਨੂੰ ਉੱਤਰ ਦਿੰਦਾ ਹੈ। ਆਪਣੀ ਤਾਕਤ ਦੇ ਨਾਲ ਉਸ ਨੂੰ ਉੱਤਰ ਨਹੀਂ ਦਿੰਦਾ, ਹਾਲਾਂਕਿ ਉਹ ਸਭ ਕੌਮਾਂ ਦਾ ਪਿਤਾ ਹੈ। ਜਗਤ ਉਸ ਦੇ ਜ਼ਰੀਏ ਰਚਿਆ ਗਿਆ, ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ, ਪਰ ਇਹ ਇੱਕ ਗੱਲ ਦਾ ਸਬਕ ਸਿਖਾਉਂਦਾ ਹੈ ਕਿ ਉਸਨੇ ਸ਼ੈਤਾਨ ਦੀ ਗੱਲ ਨੂੰ ਨਹੀਂ ਮੰਨਿਆ। ਸ਼ੈਤਾਨ ਦੀ ਗੱਲ ਨੂੰ ਉਸਨੇ ਨਹੀਂ ਮੰਨਿਆ ਤੇ ਜੋ ਵਚਨ ਦੇ ਵਿੱਚ ਲਿਖਿਆ, ਵਚਨ ਦੇ ਵਿੱਚੋਂ ਹੀ ਉਸ ਨਾਲ ਗੱਲ ਕੀਤੀ। ਅੱਜ ਸਾਨੂੰ ਵੀ ਲੋੜ ਹੈ ਜੋ ਸਾਨੂੰ ਵਚਨ ਆਖਦਾ ਹੈ ਉਹ ਕਰਨ ਦੀ, ਬਾਹਰੋਂ ਸਾਨੂੰ ਨਹੀਂ ਲੋੜ। ਜਿਸਮਾਨੀ ਤਰੀਕੇ ਦੇ ਨਾਲ ਸਾਨੂੰ ਨਹੀਂ ਲੋੜ, ਜਿਸਮਾਨੀ ਤੌਰ ਤੇ ਉੱਤਰ ਦੇਣ ਦੀ ਨਹੀਂ ਲੋੜ, ਕਿਉਂਕਿ ਵਚਨ ਦੇ ਵਿੱਚ ਲਿਖਿਆ ਤੁਹਾਡੀ ਲੜਾਈ ਲਹੂ ਅਤੇ ਮਾਸ ਦੇ ਨਾਲ ਨਹੀਂ, ਸਗੋਂ ਇਸ ਅੰਧਕਾਰ ਦੇ ਮਹਾਰਾਜਿਆਂ ਤੇ ਸ਼ੈਤਾਨੀ ਤਾਕਤਾਂ ਦੇ ਨਾਲ ਹੈ। ਸਾਡੀ ਲੜਾਈ ਉਹਨਾਂ ਦੇ ਨਾਲ ਹੈ। ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਜਿੱਤ ਸਕਦੇ ਹਾਂ? ਤਲਵਾਰਾਂ ਦੇ ਨਾਲ ਨਹੀਂ ਜਿੱਤ ਸਕਦੇ। ਤਲਵਾਰ ਸਾਡੀ ਕੀ ਹੈ? ਇਹ ਵਚਨ ਪਵਿੱਤਰ ਸ਼ਾਸਤਰ ਸਾਡੀ ਤਲਵਾਰ ਹੈ, ਇਹ ਸਾਡੀ ਢਾਲ ਹੈ। ਸਭ ਕੁਝ ਵਚਨ ਦੇ ਵਿੱਚ ਬਿਆਨ ਹੈ ਕਿ ਮੁਕਤੀ ਦਾ ਟੋਪ, ਰੂਹ ਦੀ ਤਲਵਾਰ, ਸਭ ਕੁਝ ਵਚਨ ਦੇ ਵਿੱਚ ਲਿਖਿਆ ਹੈ। ਇਹ ਸਭ ਗੱਲਾਂ ਦਾ ਸਬੂਤ ਹੈ ਕਿ ਸਾਨੂੰ ਵਚਨ ਦੇ ਨਾਲ ਲੜਨ ਦੀ ਲੋੜ ਹੈ। ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ ਪ੍ਰਭੂ ਵਚਨ ਦੇ ਨਾਲ ਲੜਦੇ ਹਨ ਤਾਂ ਸ਼ੈਤਾਨ ਉਸਦੇ ਕੋਲ ਚਲਾ ਜਾਂਦਾ ਹੈ। ਜਦ ਅਸੀਂ ਇਸ ਦੀ 11 ਆਇਤ ਵਿੱਚ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਤੇ ਕੀ ਲਿਖਿਆ ਹੈ? ਤਦ ਸ਼ੈਤਾਨ ਉਹਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਸਦੀ ਟਹਿਲ ਕਰਨ ਲੱਗੇ। ਸ਼ੈਤਾਨ ਨੇ ਕਦੋਂ ਉਸ ਨੂੰ ਛੱਡਿਆ? ਜਦ ਉਸਨੇ ਵਚਨ ਦੇ ਵਿੱਚ ਉੱਤਰ ਦਿੱਤਾ। ਜੋ ਵੀ ਜਿਸਮਾਨੀ ਤੌਰ ਤੇ ਉੱਤਰ ਦਿੰਦਾ, ਆਪਣੀ ਤਾਕਤ ਦੇ ਨਾਲ ਉੱਤਰ ਦਿੰਦਾ, ਤਾਂ ਸ਼ੈਤਾਨ ਉਸ ਜਗ੍ਹਾ ਤੇ ਨਹੀਂ ਜਾਂਦਾ। ਪਰ ਉਸਨੇ ਜੋ ਵਚਨ ਦੇ ਵਿੱਚ ਬਿਆਨ ਹੈ, ਜਿਹੜੀ ਸੱਚੀਆਂ ਗੱਲਾਂ ਨੇ, ਅਦਭੁਤ ਘਟਨਾਵਾਂ ਨੇ, ਉਸ ਦੇ ਥਰੂ, ਉਸ ਦੇ ਤਹਿਤ ਉਸ ਨਾਲ ਗੱਲ ਕੀਤੀ ਤਾਂ ਸ਼ੈਤਾਨ ਭੱਜ ਗਿਆ। ਉਸਨੇ ਸ਼ੈਤਾਨ ਦੇ ਨਾਲ ਸਾਹਮਣਾ ਕੀਤਾ, ਫਿਰ ਸ਼ੈਤਾਨ ਭੱਜਿਆ। ਤਾਂ ਫਿਰ ਜਦ ਸ਼ੈਤਾਨ ਜਾਂਦਾ ਤਾਂ ਪ੍ਰਭੂ ਦੇ ਸਵਰਗਦੂਤ ਸਾਡੀ ਟਹਿਲ ਕਰਦੇ ਹਨ।
ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ ਕਿ ਸ਼ੈਤਾਨ ਫਿਰ ਚਲਾ ਗਿਆ। ਇਸ ਦੇ ਨਾਲ ਅਸੀਂ ਇੱਕ ਹੋਰ ਗੱਲ ਨੂੰ ਨਾਲ ਦੇ ਨਾਲ ਸਿੱਖਦੇ ਹਾਂ ਕਿ ਅਸੀਂ ਜਦ ਸ਼ੈਤਾਨ ਦਾ ਸਾਹਮਣਾ ਕਰਦੇ ਤਾਂ ਸ਼ੈਤਾਨ ਫਿਰ ਭੱਜ ਜਾਂਦਾ ਹੈ, ਕਿਉਂਕਿ ਯਾਕੂਬ ਦੀ ਪੱਤਰੀ 4 ਬਾਬ ਉਸ ਦੀ 7 ਐਤ ਵਿੱਚ ਲਿਖਿਆ ਹੈ, ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਸ਼ੈਤਾਨ ਦਾ ਸਾਹਮਣਾ ਕਰੋ, ਤਾਂ ਸ਼ੈਤਾਨ ਦਾ ਸਾਹਮਣਾ ਕਰੋ ਤੁਹਾਡੇ ਕੋਲੋਂ ਭੱਜ ਜਾਵੇਗਾ। ਤਾਂ ਫਿਰ ਸ਼ੈਤਾਨ ਤੁਹਾਡੇ ਕੋਲੋਂ ਭੱਜੇਗਾ। ਜੇ ਅਸੀਂ ਪਰਮੇਸ਼ਰ ਦੇ ਅਧੀਨ ਹੁੰਦੇ ਹਨ, ਜੋ ਇਹ ਵਚਨ ਸਾਨੂੰ ਬਿਆਨ ਕਰਦਾ ਹੈ, ਜੋ ਇਸ ਦੇ ਵਿੱਚ ਹੁਕਮ ਨੇ, ਵਿਧੀਆਂ ਨੇ, ਨਿਯਮ ਨੇ, ਜਦ ਅਸੀਂ ਉਸ ਦੀ ਪਾਲਣਾ ਕਰਦੇ ਹਾਂ ਤਾਂ ਫਿਰ ਸ਼ੈਤਾਨ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਚੜਿਆ ਜਾਂਦਾ ਹੈ। ਸਾਨੂੰ ਲੋੜ ਹੈ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਨ ਦੀ, ਕਿਤੇ ਸ਼ੈਤਾਨ ਸਾਡੀ ਜ਼ਿੰਦਗੀਆਂ ਦੇ ਵਿੱਚ ਮਸੀਹ ਲਾਈਫ ਦੇ ਵਿੱਚ ਹਜੇ ਵੀ ਹੈ ਜਾਂ ਨਹੀਂ। ਜੇ ਹੈ ਤਾਂ ਸਾਨੂੰ ਵਚਨ ਦੇ ਨਾਲ ਉਸ ਦਾ ਸਾਹਮਣਾ ਕਰਨ ਦੀ ਲੋੜ ਹੈ। ਜੇ ਅਸੀਂ ਵਚਨ ਦੇ ਨਾਲ ਸ਼ੈਤਾਨ ਦਾ ਸਾਹਮਣਾ ਕਰਦੇ ਹਾਂ, ਕਿਉਂਕਿ ਯਾਕੂਬ ਦੇ ਵਿੱਚ ਲਿਖਿਆ ਜੇ ਤੁਸੀਂ ਸ਼ੈਤਾਨ ਦਾ ਸਾਹਮਣਾ ਕਰੋਗੇ ਤਾਂ ਸ਼ੈਤਾਨ ਕੀ ਭੱਜ ਜਾਵੇਗਾ। ਫਿਰ ਸ਼ੈਤਾਨ ਭੱਜੇਗਾ, ਕਿਉਂਕਿ ਅਸੀਂ ਇਸ ਕਹਾਣੀ ਨੂੰ ਪਹਿਲਾਂ ਵੇਖਦੇ ਹਾਂ, ਜਦ ਯਿਸੂ ਵੀ ਸ਼ੈਤਾਨ ਦੇ ਨਾਲ ਸਾਹਮਣਾ ਕਰਦਾ ਹੈ ਤਾਂ ਸ਼ੈਤਾਨ ਫੇਰ ਜਾਂਦਾ ਹੈ। ਸਾਨੂੰ ਵੀ ਲੋੜ ਹੈ, ਜੇ ਮਾੜਾ ਮੋਟਾ ਕਿਤੇ ਸ਼ੈਤਾਨ ਸਾਡੀ ਜ਼ਿੰਦਗੀ ਦੇ ਵਿੱਚ ਅਟੈਕ ਕਰਦਾ ਹੈ, ਸਾਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਇਸ ਜਿੰਦਾ ਕਲਾਮ ਦੇ ਨਾਲ ਉਸ ਨਾਲ ਸਾਹਮਣਾ ਕਰਨ ਦੀ ਲੋੜ ਹੈ, ਕਿਉਂਕਿ ਇਹ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਹੈ। ਯਿਸੂ ਹੀ ਬੰਧਨਾਂ ਨੂੰ ਤੋੜਨ ਦੀ ਤਾਕਤ ਨੂੰ ਰੱਖਦਾ ਹੈ। ਸਭ ਕੁਝ ਉਸੇ ਦੇ ਹੱਥ ਵਿੱਚ ਹੈ, ਸਭ ਕੁਝ ਉਹ ਕਰ ਸਕਦਾ ਹੈ। ਸਾਨੂੰ ਲੋੜ ਹੈ ਵੇਖਣ ਦੀ, ਆਪਣੀ ਜ਼ਿੰਦਗੀਆਂ ਦੇ ਵਿੱਚ ਝਾਤੀ ਮਾਰਨ ਦੀ, ਕਿ ਕਿਤੇ ਅਸੀਂ ਵੀ ਦੋ ਬੇੜੀਆਂ ਦੇ ਵਿੱਚ, ਦੋ ਖਿਆਲੀ ਬੇੜੀਆਂ ਦੇ ਵਿੱਚ ਤਾਂ ਨਹੀਂ। ਜੇ ਅਸੀਂ ਦੋ ਬੇੜੀਆਂ ਦੇ ਵਿੱਚ ਪੈਰ ਰੱਖਦੇ ਹਾਂ ਤਾਂ ਆਪ ਜੀ ਨੂੰ ਕਿਹਾ ਜਾਂਦਾ ਹੈ ਕਿ ਆਪ ਇੱਕ ਬੇੜੀ ਦੇ ਵਿੱਚ ਇੱਕੋ ਪਰਮੇਸ਼ਰ ਦੀ ਉਪਾਸਨਾ ਕਰੋ ਤਾਂ ਤੁਸੀਂ ਪਰਮੇਸ਼ਰ ਦੇ ਰਾਜ ਦੇ ਭਾਗੀ ਹੋਵੋਗੇ। ਫਿਰ ਤੁਸੀਂ ਉਸ ਖੁਦਾ ਬਾਪ ਨੇ ਜਿਹੜਾ ਸਵਰਗੀ ਰਾਜ ਦੇ ਵਿੱਚ ਤੁਹਾਡੇ ਲਈ ਘਰ ਤਿਆਰ ਕੀਤਾ ਹੈ, ਫਿਰ ਤੁਸੀਂ ਉਸ ਦੇ ਵਿੱਚ ਜਾਓਗੇ, ਉਹ ਵਾਅਦੇ ਦੀ ਧਰਤੀ ਵਿੱਚ ਫਿਰ ਤੁਸੀਂ ਜਾਓਗੇ। ਜੇ ਤੁਸੀਂ ਦੋ ਬੇੜੀਆਂ ਦੇ ਵਿੱਚ ਪੈਰ ਰੱਖਦੇ ਹੋ ਤਾਂ ਫਿਰ ਤੁਸੀਂ ਉਸ ਘਰ ਦੇ ਵਿੱਚ ਨਹੀਂ ਜਾ ਸਕਦੇ। ਸਾਨੂੰ ਲੋੜ ਹੈ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਨ ਦੀ, ਕਿ ਕਿਸੇ ਅਸੀਂ ਦੋ ਬੇੜੀਆਂ ਦੇ ਵਿੱਚ ਪੈਰ ਨਹੀਂ ਰੱਖਦੇ। ਸਾਨੂੰ ਲੋੜ ਹੈ ਵਚਨ ਦੇ ਵਿੱਚੋਂ ਸ਼ੈਤਾਨ ਦੇ ਨਾਲ ਗੱਲ ਕਰਨ ਦੀ, ਫਿਰ ਸ਼ੈਤਾਨ ਭੱਜੇਗਾ। ਜੇ ਅਸੀਂ ਸ਼ੈਤਾਨ ਦਾ ਸਾਹਮਣਾ ਕਰਾਂਗੇ ਤਾਂ ਸ਼ੈਤਾਨ ਭੱਜੇਗਾ। ਜੇ ਅਸੀਂ ਉਹਦੇ ਕੋਲੋਂ ਡਰਾਂਗੇ ਤਾਂ ਫਿਰ ਉਹ ਸਾਡੇ ਉੱਤੇ ਕਬਜ਼ਾ ਕਰੇਗਾ। ਇਸ ਲਈ ਅਸੀਂ ਗੀਤ ਗਾਉਂਦੇ ਹਾਂ, ਤੋੜ ਦੇ ਪ੍ਰਭੂ ਮੇਰੇ ਸਾਰੇ ਬੰਧਨ ਤੋੜ ਦੇ। ਫਿਰ ਬੰਧਨ ਟੁੱਟਣਗੇ ਜੇ ਵਚਨ ਸਾਡੇ ਜੀਵਨ ਦੇ ਵਿੱਚ ਹੋਵੇਗਾ। यदि साडे जीवन दे विच वचन नहीं है तां वचन नूं परमेश्वर दे कोलों मंगण दी लोड़ है कि प्रभु सानू वचन दी समझ आ जावे, असीं तेरे सच दे उत्ते चलीए, क्योंकि यूहन्ना 8:32 दे विच लिखिया हर सच्चाई नूं जाणो तां सच्चाई दा नूं आजाद करेगी। ये सच की है, ये सच प्रभु दा जिंदा कलाम है। फिर तुहानू सच आजाद करेगा, अथवा तुसी आजाद नहीं हो सकते, तुसी शैतान दे चलाके तो आजाद नहीं हो सकते। जे तुहाडे जीवन विच यीशु दा वचन है तां तुसी आजाद हो। गलातियां 4 आयत दे विच लास्ट दे विच लिखिया अज तुसी आजादी दे विच मसीह लई आजाद हो। ओ 5 बाब ओदी एक आयत विच लिखदा आजादी लई मसीह ने तुहानू आजाद कीता। 4 दी लास्ट आयत विच लिखदा तुसी आजाद दी संतान हो, तुसी गोली दी संतान नहीं जो गुलाम है, तुसी आजाद दी संतान हो। आजाद अथवा यीशु मसीह है, असी उस खुदा बाप दी संतान हां जेड़ा आजाद है ते जेड़ा सानू भी आजाद करने दी ताकत रखदा है। हालेलुया हालेलुया। आइए असी अपनी अखां नूं बंद करिए ते इस वचन दे उत्ते मन करिए अते आखिए प्रभु जी सानू लोड़ है अज एक बेड़े दे उत्ते पैर रखण दी। प्रभु सानू सच दे उत्ते चलना सिखा, सानू सच दे मार्गां उत्ते चलना सिखा, तां जो जिस तरह यीशु मसीह ने शैतान दा सामना कीता अज असीं भी अपनी जिंदगी दे विच शैतान दा सामना कर सकीए। प्रभु जी अज सानू परमेश्वर दे कोलों मंगण दी लोड़ है, ओ खुदा सानू देवेगा, क्योंकि वचन आखदा जेड़ा मंगदा है सोई पाउंदा है, जेड़ा नहीं मंगदा उसनूं कुछ नहीं मिलेगा। तेरा धन्नवाद करदे हां प्रभु जी, ए दित्ते होए वचन दे लई प्रभु तेरा धन्नवाद करदे हां। असीं पास्टर जी नाल मिल के लास्ट दुआ दे विच जावांगे। दयालु ते अनुग्रहकारी सर्वशक्तिमान परमेश्वर प्रभु ने प्रभु ते राजा में ताड़ा धन्यवाद करदा हूं।
ਜੋ ਤੁਸੀਂ ਆਪਣੇ ਲੋਕਾਂ ਨਾਲ ਪਿਆਰ ਕੀਤਾ, ਨਾ ਤੁਸੀਂ ਕਦੀ ਛੱਡ ਦੇ ਤੇ ਨਾ ਤੁਸੀਂ ਕਦੀ ਤਿਆਗ ਦੇ। ਮੈਂ ਤੁਹਾਡੇ ਰਹਿਮ ਦੇ ਲਈ ਤੁਹਾਡਾ ਧੰਨਵਾਦ ਕਰਦਾ ਜੋ ਪੂਰਾ ਦਿਨ ਵੀ ਸੰਭਾਲਿਆ, ਮਦਦ ਕੀਤਾ, ਸਹਾਇਤਾ ਕੀਤਾ, ਰਾਖੀ ਨਿਗਾਹਬਾਨੀ ਕੀਤਾ। ਤੁਹਾਡੀ ਪਾਕ ਹਜ਼ੂਰੀ ਪ੍ਰਭੂ ਯਿਸੂ ਤੁਹਾਡੇ ਲੋਕਾਂ ਦੇ ਸਾਥ ਬਣਿਆ ਰਹੇ। ਅੱਜ ਰਾਤ ਮੇਰੇ ਪ੍ਰਭੂ ਯਿਸੂ ਦਾ ਤੁਹਾਡੇ ਪਵਿੱਤਰ ਬਚਨ ਨੂੰ ਮੰਨਣ ਵਾਸਤੇ ਤੁਸੀਂ ਆਪਣੇ ਲੋਕਾਂ ਦੀ ਅਗਵਾਈ ਕੀਤੀ, ਆਪਣੇ ਬਚਨਾਂ ਦੇ ਨਾਲ ਹੋ ਕੇ ਤੁਸੀਂ ਗੱਲਾਂ ਕੀਤੀਆਂ ਮੇਰੇ ਪ੍ਰਭੂ ਜੀ। ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਜੀ ਲਗਾਤਾਰ ਮੇਰੇ ਪ੍ਰਭੂ ਆ 3 ਗੱਲਾਂ ਦੀ ਮਹੱਤਤਾ ਨੂੰ ਸਿੱਖ ਰਹੇ ਹਾਂ ਪ੍ਰਭੂ ਯਿਸੂ ਦਾ ਸੱਚਮੁੱਚ ਇੱਥੇ ਚੱਲਣ ਵਾਸਤੇ ਤੁਸੀਂ ਆਪਣੇ ਲੋਕਾਂ ਦੀ ਮਦਦ ਕਰਨਾ ਪ੍ਰਭੂ ਜੀ। ਪ੍ਰਾਰਥਨਾ ਕਰ ਰਹੇ ਹਾਂ ਜੋ ਤੁਹਾਡੇ ਬਚਨ ਦੇ ਵਿੱਚੋਂ ਪ੍ਰਭੂ ਜੀ ਅੱਜ ਸਿੱਖਿਆ ਹੈ ਕਿ ਤੁਸੀਂ ਪ੍ਰਭੂ ਜੀ ਸ਼ੈਤਾਨ ਨੂੰ ਬਚਨ ਦੇ ਦੁਆਰਾ ਪਵਿੱਤਰ ਆਤਮਾ ਝਿੜਕਿਆ ਹੈ, ਉੱਤਰ ਦਿੱਤਾ ਹੈ, ਗੱਲਬਾਤ ਕੀਤਾ ਹੈ। ਸ਼ੈਤਾਨ ਬਾਰ-ਬਾਰ ਆਣ ਕੇ ਪਰਤਾਇਆ ਹੈ, ਪਰਤਾਉਂਦਾ ਰਿਹਾ ਹੈ ਪ੍ਰਭੂ ਜੀ। ਤੁਸੀਂ ਉਹਨੂੰ ਆ ਵਚਨ ਦੇ ਵਿੱਚੋਂ ਉੱਤਰ ਦਿੱਤਾ ਹੈ ਕਿ ਸ਼ੈਤਾਨ ਆਪਣੇ ਆਪ ਹੀ ਉੱਥੋਂ ਦੌੜ ਗਿਆ ਹੈ। ਆਮੀਨ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਵਚਨ ਸੁਣਿਆ ਹੈ ਤੇ ਇਸ ਵਚਨ ਦੇ ਉੱਤੇ ਮੇਰੇ ਪਵਿੱਤਰ ਆਤਮਾ ਚੱਲਣ ਦੀ ਲੋੜ ਹੈ। ਕੋਈ ਤੁਹਾਡੇ ਲੋਕ ਪ੍ਰਭੂ ਜੀ ਦੇ ਵਚਨ ਦੇ ਉੱਪਰ ਚੱਲਣ, ਇਸ ਵਚਨ ਨੂੰ ਸਿੱਖਿਆ ਹੈ ਤੇ ਇੱਥੇ ਚੱਲਣ ਵਾਲੇ ਬਣ ਜਾਣ ਮੇਰੇ ਪ੍ਰਭੂ ਯਿਸੂ ਰਾਜਾ, ਤਾਂ ਕਿ ਤੁਹਾਡੇ ਵਚਨ ਦੇ ਵਿੱਚੋਂ ਉੱਤਰ ਦੇਣ, ਤਾਂ ਕਿ ਸ਼ੈਤਾਨ ਆਪਣੇ ਆਪ ਹੀ ਨਿਕਲ ਜਾਵੇ। ਤੁਹਾਡੇ ਲੋਕਾਂ ਦੇ ਜੀਵਨਾਂ ਦੇ ਵਿੱਚ ਸ਼ਾਂਤੀ ਆ ਜਾਏ, ਘਰਾਂ ਦੇ ਵਿੱਚ ਸ਼ਾਂਤੀ ਆ ਜਾਏ, ਪਰਿਵਾਰਾਂ ਵਿੱਚ ਸ਼ਾਂਤੀ ਆ ਜਾਏ। ਅੱਜ ਇਹ ਵਚਨ ਜਿਨ੍ਹਾਂ ਨੇ ਸੁਣਿਆ, ਮੈਂ ਆਸ ਕਰਦਾ ਤੁਸੀਂ ਜੀਵਨਾਂ ਦੇ ਵਿੱਚੋਂ ਬਹੁਤ ਸਾਰਾ ਬੰਧਨ ਤੋੜ ਦਿੱਤਾ ਹੈ ਤੇ ਘਰ ਦੇ ਵਿੱਚੋਂ ਸ਼ੈਤਾਨੀ ਤਾਕਤਾਂ ਨੂੰ ਦੂਰ ਕਰ ਦਿੱਤਾ ਹੈ। ਅਤੇ ਜਿਨ੍ਹਾਂ ਨੇ ਸੁਣਨਾ ਹੈ ਉਹਨਾਂ ਦੇ ਜੀਵਨ ਵਿੱਚ ਵੀ ਤੁਸੀਂ ਵੱਡੀ ਬਰਕਤ ਦੇ ਰਹੇ ਹੋ। ਹਰ ਸ਼ੈਤਾਨ ਦੀ ਤਾਕਤ ਤੋਂ ਯਾਦ ਕਰਕੇ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡੇ ਬੇਟੇ ਤੁਹਾਡੇ ਹੱਥਾਂ ਵਿੱਚ ਸੌਂਪਦੇ ਨੇ ਪ੍ਰਭੂ ਜੀ, ਜੋ ਤੁਸੀਂ ਹਿੰਮਤ ਅਤੇ ਤਾਕਤ ਦਿੱਤੀ ਪ੍ਰਭੂ ਜੀ, ਤਾਂ ਕਿ ਤੁਹਾਡੇ ਬੱਚੇ ਨੂੰ ਸੁਣਾ ਸਕੋ। ਹੋਰ ਵੀ ਬਰਕਤ ਦੇਣਾ, ਆਤਮਾ ਦਾ ਸੰਭਾਲਣਾ, ਜਿੰਨੇ ਵੀ ਜਗਤ ਤੇ ਮੌਜੂਦ ਨੇ ਇਹਨਾਂ ਸਾਰਿਆਂ ਤੇ ਕਿਰਪਾ ਕਰਨੀ, ਵੱਡਾ ਰਹਿਮ ਕਰਨਾ ਮੇਰੇ ਪ੍ਰਭੂ ਜੀ। ਸਾਡਾ ਆਤਮਿਕ ਕੰਮ ਪ੍ਰਭੂ ਜੀ ਤੁਹਾਡੇ ਲੋਕਾਂ ਦੇ ਜੀਵਨਾਂ ਦੇ ਵਿੱਚ ਹੋਣੇ ਪਾਏ ਤੇ ਬਰਕਤ ਦਿਓ। ਬੇਨਤੀ ਨੂੰ ਸੁਣੋ ਤੇ ਕਬੂਲ ਕੀਤਾ। ਬੇਨਤੀ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਆਪ ਸਭ ਨੂੰ ਬਰਕਤ ਦੇਵੇ, ਆਮੀਨ।